हाँ जी स्टूडेंट्स, गुड मॉर्निंग। गुड मॉर्निंग स्टूडेंट्स। Good morning, sir. Good morning, sir. साढ़े 8 हो गए ने जी। ਜਿਹੜੇ ਸਟੂਡੈਂਟ ਕਨੈਕਟ ਹੋ ਗਏ ਆਪਾਂ ਸਟਾਰਟ ਕਰਦੇ ਹਾਂ। ਬਾਕੀ ਜਿਹੜੇ ਲੇਟ ਹੋਣਗੇ ਫਿਰ ਉਹਨਾਂ ਨੂੰ ਆਪਣੇ ਆਪ ਜੁਆਇਨ ਹੋਣਗੇ ਬਾਅਦ ਦੇ ਵਿੱਚ। ਤਾਂ ਲਾਸਟ ਟਾਈਮ ਅਸੀਂ ਵੀਟਸਟੋਨ ਬ੍ਰਿਜ ਪੜਿਆ ਸੀਗਾ, ਉਸ ਤੋਂ ਬਾਅਦ ਅਸੀਂ ਮੀਟਰ ਬ੍ਰਿਜ ਪੜਿਆ ਸੀਗਾ ਤੇ ਮੀਟਰ ਬ੍ਰਿਜ ਤੇ ਆਪਾਂ ਨੂਮੈਰੀਕਲਸ ਕੀਤੇ ਸੀਗੇ। ਕਿ ਤੁਹਾਨੂੰ ਮੈਂ ਦੱਸਿਆ ਸੀਗਾ ਜਿਹੜਾ ਮੀਟਰ ਬ੍ਰਿਜ ਹੈ ਇਹ ਆਪਣਾ ਪ੍ਰੈਕਟੀਕਲ ਹੈ, ਠੀਕ ਹੈ ਜੀ, ਜਿਹੜਾ ਹਰ ਵਾਰ ਤਕਰੀਬਨ ਸਟੂਡੈਂਟਸ ਤੋਂ ਲਿਖਵਾਇਆ ਜਾਂਦਾ ਹੈਗਾ, ਲਿਖਵਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਦੇ ਤੇ ਕੁਐਸਚਨਿੰਗ ਵੀ ਹੁੰਦੀ ਹੈ। ਕਿਹੜੇ ਕਿਹੜੇ ਕੁਐਸਚਨਸ ਉਹਦੇ ਤੇ ਹੁੰਦੇ ਆ ਉਹ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਸੀਗੇ। ਅੱਜ ਅਸੀਂ ਨੈਕਸਟ ਟੌਪਿਕ ਵੱਲ ਜੋ ਜਾ ਰਹੇ ਹਾਂਗੇ, ਜਿਹੜਾ ਆਪਣਾ ਇਸ ਚੈਪਟਰ ਦਾ ਲਾਸਟ ਟੌਪਿਕ ਹੈ, ਇਹ ਵੀ ਆਪਣਾ ਕਿ ਪ੍ਰੈਕਟੀਕਲ ਹੈ। ਇਹ ਵੀ ਅਸੀਂ ਪ੍ਰੈਕਟੀਕਲ ਦੇ ਵਿੱਚ ਸਟੂਡੈਂਟਸ ਤੋਂ ਲਿਖਵਾਉਣੇ ਵੀ ਹੈ ਤਕਰੀਬਨ, ਤੇ ਉਹਨਾਂ ਉਹ ਇਸ ਐਕਸਪੈਰੀਮੈਂਟ ਨੂੰ ਪਰਫਾਰਮ ਵੀ ਕਰਦੇ ਹੈ ਤੇ ਫਿਰ ਇਸ ਤੇ ਵਾਈਵਾ ਹੁੰਦਾ ਤਕਰੀਬਨ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਲੰਮੇ ਟਾਈਮ ਤੋਂ ਪੋਟੈਂਸ਼ੀਓਮੀਟਰ ਜੋ ਅਸੀਂ ਅੱਜ ਪੜ੍ਹਨ ਜਾ ਰਹੇ ਹਾਂ ਇਹਦੇ ਤੇ ਕੁਐਸਚਨ ਕੀ ਹੈ ਪੇਪਰ ਦੇ ਵਿੱਚ ਆਉਂਦੇ ਰਹਿੰਦੇ ਹੈ ਤੇ ਪ੍ਰੈਕਟੀਕਲ ਤਾਂ ਇਹਦਾ ਹਰ ਵਾਰ ਹੀ ਕੰਡਕਟ ਹੁੰਦਾ ਗਾ, ਠੀਕ ਹੈ। ਤਾਂ ਦੋਨੋਂ ਹੀ ਮੀਟਰ ਬ੍ਰਿਜ ਐਂਡ ਸੈਕੰਡ ਜੋ ਅੱਜ ਕਰਨ ਜਾ ਰਹੇ ਹਾਂ ਪੋਟੈਂਸ਼ੀਓਮੀਟਰ ਵੈਰੀ ਵੈਰੀ ਇੰਪੋਰਟੈਂਟ ਨੇ, ਠੀਕ ਹੈ। ਥਿਊਰੀ ਦੇ ਵਿੱਚ ਹੋ ਸਕਦਾ ਇਹਦਾ ਕੀ ਹੈ 1 ਨੰਬਰ ਦਾ ਕੁਐਸਚਨ ਆਵੇ ਜਾਂ ਹੋ ਸਕਦਾ 5 ਨੰਬਰ ਦਾ ਵੀ ਕੁਐਸਚਨ ਆਵੇ। ਮੈਂ ਤੁਹਾਨੂੰ ਕੁਐਸਚਨ ਦੱਸੂਗਾ ਇਹਦੇ ਕਿਵੇਂ ਦੇ ਬਣਨਗੇ, ਠੀਕ ਹੈ ਜੀ। ਤਾਂ ਜਿਹੜਾ ਅੱਜ ਆਪਾਂ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਉਹਦਾ ਨਾਮ ਹੈ ਜੀ ਪੋਟੈਂਸ਼ੀਓਮੀਟਰ। ਪੋਟੈਂਸ਼ੀਓਮੀਟਰ ਤਾਂ ਬੱਚੇ ਪੋਟੈਂਸ਼ੀਓਮੀਟਰ ਹੈ ਕੀ, ਇਹਦਾ ਯੂਜ਼ ਕੀ ਹੈ, ਅਸੀਂ ਉਹ ਮਤਲਬ ਕੀ ਹੈ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ। ਪੋਟੈਂਸ਼ੀਓਮੀਟਰ ਬੱਚੇ ਕੀ ਹੈ, ਇਟ ਇਜ਼ ਅ ਡਿਵਾਈਸ, ਇਟ ਇਜ਼ ਅ ਡਿਵਾਈਸ ਬੋਲ ਸਕਦੇ ਹੋ ਜਾਂ ਬੇਸਿਕਲੀ ਇਹ ਇੱਕ ਸਰਕਟ ਹੈ ਦੇ ਵਿੱਚ ਅਸੀਂ ਪਾਰਟਿਕੂਲਰ ਕਨੈਕਸ਼ਨਸ ਕਰਦੇ ਹਾਂ। ਇਟ ਇਜ਼ ਅ ਡਿਵਾਈਸ ਔਰ ਅ ਸਰਕਟ which is used to find EMF of the cell to compare EMF of two cells and to find internal resistance of the cell। पोटेंशियोमीटर बच्चे की है ਤੁਸੀਂ डिवाइस बोलना, डिवाइस बोल सकते हो ਜਾਂ बेसिकली एक सर्किट है ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਦੇਖੋ ਗੱਲ ਕਰਦੇ ਵੀ EMF ਉਹ ਸੈੱਲ ਦੀ ਫਾਈਂਡ ਕਰ ਸਕਦੇ ਹਾਂ। ਮਤਲਬ ਪਹਿਲਾ ਕੁਐਸਚਨ ਦਾ ਇਹੀ ਆਉਂਦਾ ਹੈ ਕਿ by using potentiometer find the EMF of the cell। ਇਹ ਕੁਐਸਚਨ ਨੰਬਰ ਤੁਹਾਡਾ 1 ਹੋ ਗਿਆ। ਅੱਛਾ, ਦੂਸਰਾ ਹੈਗਾ ਟੂ ਕੰਪੇਅਰ EMF of two cells। ਅਸੀਂ ਕਿਸੇ ਦੋ ਸੈਲਸ ਦੀ EMF ਨੂੰ ਕੰਪੇਅਰ ਕਰ ਸਕਦੇ ਹਾਂ, ਮਤਲਬ ਅਸੀਂ ਉਹਨਾਂ ਨੂੰ ਕੰਪੈਰੀਜ਼ਨ ਕਰ ਸਕਦੇ ਹਾਂ ਵੀ ਕਿਹਦੀ ਸੈੱਲ ਦੀ EMF ਜ਼ਿਆਦਾ ਹੈ ਕਿਹਦੀ ਘੱਟ ਹੈ, ਜਾਂ ਕਿੰਨੇ ਟਾਈਮਸ ਕਿਸੇ ਦੀ EMF ਜ਼ਿਆਦਾ ਜਾਂ ਕਿੰਨੇ ਟਾਈਮਸ EMF ਘੱਟ ਹੈ। ਇਹ ਸੈਕੰਡ ਕੁਐਸਚਨ ਤੁਹਾਡਾ ਹੋ ਗਿਆ। थर्ड क्वेश्चन की है टू फाइंड द इंटरनल रेजिस्टेंस ऑफ द सेल। दिस इज द थर्ड क्वेश्चन। ਤਿੰਨ ਇਹਦੇ ਕੁਐਸਚਨ ਨੇ ਤੇ ਤਿੰਨ ਇਹਦੇ ਯੂਜ਼ ਨੇ, ਮਤਲਬ ਇਹਦੇ ਯੂਜ਼ਸ ਦੇ ਵਿੱਚ ਵੀ ਤੁਹਾਡੇ ਕੋਲੇ ਕੀ ਹੈ ਕੁਐਸਚਨ ਜਨਰੇਟ ਹੋ। ਜੇ ਤਾਂ ਬੱਚੇ ਇਹ ਸਾਰਾ ਦਾ ਸਾਰਾ ਤੁਹਾਨੂੰ ਤਿੰਨੋਂ ਪੁਆਇੰਟਸ ਵਾਲਾ ਕੀ ਕੁਐਸਚਨ ਬਣ ਜੇ ਫਿਰ ਤਾਂ ਬਣਦਾ 5 ਮਾਰਕਸ ਦਾ, ਠੀਕ ਹੈ सर ਹਾਂਜੀ। थोड़े यार क्लियर दोबारा कर दो, मैं तो डेफिनेशन लिखी है रिपीट जी।
फिर भी रिपीट कर दो सर। हाँ जी मैं कर देना, रिपीट कर देना। पोटेंशियोमीटर की है एक डिवाइस है ਜਾਂ ਇੱਕ ਸਰਕਟ ਤੁਸੀਂ ਇਹਨੂੰ ਬੋਲ ਸਕਦੇ ਹੋ, ਜਿਹੜਾ ਕੀ ਕੰਮ ਆਉਂਦਾ ਹੈ ਕਿਸੇ ਸੈੱਲ ਦੀ ਈਐਮਐਫ ਫਾਈਂਡ ਕਰਨ ਦੇ। ਮੰਨ ਲਓ ਤੁਸੀਂ ਮਾਰਕੀਟ ਗਏ, ਮਾਰਕੀਟ ਦੇ ਵਿੱਚੋਂ ਤੁਸੀਂ ਇੱਕ ਸੈੱਲ ਖਰੀਦਿਆ ਜਾਂ ਮੰਨ ਲਓ ਇੱਕ ਬੈਟਰੀ ਖਰੀਦੀ, ਜਿਹਦੇ ਦੋ ਟਰਮੀਨਲ ਹੋਣਗੇ, ਇੱਕ ਪੋਜ਼ਿਟਿਵ ਹੋਗਾ ਨੈਗੇਟਿਵ ਹੋਏਗਾ, ਹਨਾ। ਇਸ ਬੈਟਰੀ ਦੇ ਉੱਪਰ ਲਿਖਿਆ ਹੁੰਦਾ ਵੀ ਇਹ 10 ਵੋਲਟ ਦੀ ਹੈ, ਬਟ ਹੋ ਸਕਦਾ ਹੈ ਤੁਸੀਂ ਮਾਰਕੀਟ ਗਏ ਹੋ, ਉਸ ਬੈਟਰੀ ਦੇ ਉੱਪਰ ਲਿਖਿਆ ਨਹੀਂ ਹੋਇਆਗਾ ਵੀ ਕਿੰਨੇ ਵੋਲਟ ਦੀ ਹੈ। ਦੈਟ ਮੀਨਸ ਇਹ ਸੈੱਲ ਦੀ ਤੁਹਾਨੂੰ ਈਐਮਐਫ ਨਹੀਂ ਪਤਾ। ਤੁਸੀਂ ਚਾਹੁੰਦੇ ਹੋ ਵੀ ਇਹ ਸੈੱਲ ਦੀ ਈਐਮਐਫ ਐਗਜ਼ੈਕਟ ਤੁਸੀਂ ਕੈਲਕੂਲੇਟ ਕਰੋ, ਤਾਂ ਤੁਸੀਂ ਪੋਟੈਂਸ਼ੀਓਮੀਟਰ ਯੂਜ਼ ਕਰਦੇ ਹੋ। ਹੁਣ ਦੇਖੋ ਦਿਮਾਗ ਦੇ ਵਿੱਚ ਆਉਂਦਾ ਵੀ ਇਹਦੇ ਤੇ ਅਸੀਂ ਕੀ ਹੈ ਟਰਮੀਨਲਸ ਤੇ ਵੋਲਟਮੀਟਰ ਲਗਾ ਕੇ ਦੇਖ ਸਕਦੇ ਹਾਂ। ਤਾਂ ਬੱਚੇ ਮੈਂ ਤੁਹਾਨੂੰ ਹਮੇਸ਼ਾ ਦੱਸਿਆ ਸੀਗਾ ਕਿ ਜਿਹੜਾ E ਹੈ ਇਜ਼ ਆਲਵੇਜ਼ ਗ੍ਰੇਟਰ ਦੈਨ B। ਵੀ ਅਸੀਂ ਇਕੁਏਸ਼ਨ ਪੜ੍ਹੀਏ E is equal to V plus I ਹੈ, ਕਿਉਂਕਿ ਥੋੜਾ ਬਹੁਤ ਰੈਜ਼ਿਸਟੈਂਸ ਕਿਹਦਾ ਹੈਗਾ, ਸੈਲਸ ਦਾ ਹੁੰਦਾ ਹੈ। ਇਸੇ ਕਰਕੇ ਵੋਲਟਮੀਟਰ ਸਾਨੂੰ ਐਗਜ਼ੈਕਟ ਈਐਮਐਫ ਆਫ ਦੀ ਸੈੱਲ ਕਦੇ ਵੀ ਨਹੀਂ ਦੱਸਦਾ ਹੈਗਾ, ਠੀਕ ਹੈ, ਹਮੇਸ਼ਾ ਘੱਟ ਦੱਸਦਾ ਹੈ। ਆਪਾਂ ਇਹਦੇ ਤੇ ਨੂਮੈਰੀਕਲ ਵੀ ਬਹੁਤ ਕਰ ਲਏ। ਜੇ ਅਸੀਂ ਚਾਹੁੰਦੇ ਵੀ ਐਗਜ਼ੈਕਟ ਈਐਮਐਫ ਅਸੀਂ ਕੈਲਕੂਲੇਟ ਕਰ ਲਈਏ ਤਾਂ ਅਸੀਂ ਪੋਟੈਂਸ਼ੀਓਮੀਟਰ ਯੂਜ਼ ਕਰਦੇ। ਦੂਸਰਾ, ਮੰਨ ਲਓ ਤੁਸੀਂ ਮਾਰਕੀਟ ਦੇ ਵਿੱਚੋਂ ਇੱਕ ਸੈੱਲ ਖਰੀਦਿਆ ਤੇ ਇੱਕ ਬੈਟਰੀ ਖਰੀਦੀ 10 ਵੋਲਟ ਦੀ, ਠੀਕ ਹੈ। ਇੱਕ ਬੈਟਰੀ ਹੋਰ ਹੈ ਪੋਜ਼ਿਟਿਵ ਨੈਗੇਟਿਵ, ਇਹਦੀ ਈਐਮਐਫ ਤੁਹਾਨੂੰ ਨਹੀਂ ਪਤਾ। ਤੁਸੀਂ ਇਹ ਦੇਖਣਾ ਵੀ E2 E1 ਤੋਂ ਕਿੰਨੀ ਜ਼ਿਆਦਾ ਵੱਡੀ ਹੈ ਜਾਂ ਕਿੰਨੀ ਛੋਟੀ ਹੈ, ਮਤਲਬ ਕੰਪੈਰੀਜ਼ਨ ਕਰਨਾ ਦੋ ਸੈੱਲ ਦਾ ਬੈਟਰੀ ਦਾ, ਤਾਂ ਵੀ ਅਸੀਂ ਪੋਟੈਂਸ਼ੀਓਮੀਟਰ ਯੂਜ਼ ਕਰਦੇ। ਅੱਛਾ, ਥਰਡ, ਮੰਨ ਲਓ ਜਿਹੜਾ ਤੁਸੀਂ ਆ ਸੈੱਲ ਜਾਂ ਬੈਟਰੀ ਬਾਜ਼ਾਰ ਚੋਂ ਖਰੀਦੀ ਹੈ, ਇਹਦਾ ਇੰਟਰਨਲ ਰੈਜ਼ਿਸਟੈਂਸ ਕਿੰਨਾ ਹੈ, ਅਗਰ ਤੁਸੀਂ ਇਹ ਕੈਲਕੂਲੇਟ ਕਰਨਾ ਹੈ ਤਾਂ ਵੀ ਤੁਸੀਂ ਕੀ ਯੂਜ਼ ਕਰਦੇ ਹੋ, ਪੋਟੈਂਸ਼ੀਓਮੀਟਰ। ਤਾਂ ਪੋਟੈਂਸ਼ੀਓਮੀਟਰ ਦੇ ਤਿੰਨ ਯੂਜ਼ ਨੇ, ਤਿੰਨਾਂ ਯੂਜ਼ਸ ਤੇ ਜਿਹੜਾ ਅਲੱਗ-ਅਲੱਗ ਕੁਐਸਚਨ ਬਣਦਾ ਤਾਂ ਹੋ ਸਕਦਾ 2 ਮਾਰਕਸ ਦਾ ਕੁਐਸਚਨ ਬਣ ਜੇ, ਜੇ ਕੰਬਾਈਨ ਕੁਐਸਚਨ ਬਣਦਾ ਤਾਂ ਇਹਦਾ 5 ਮਾਰਕਸ ਦਾ ਕੁਐਸਚਨ ਬਣਦਾ ਹੈ। ਤੇ ਕਈ ਵਾਰ, ਹਰ ਵਾਰ ਨਹੀਂ ਕਹਿੰਦਾ ਮੈਂ, ਕਈ ਵਾਰ ਪੋਟੈਂਸ਼ੀਓਮੀਟਰ ਦਾ 5 ਮਾਰਕਸ ਦਾ ਕੁਐਸਚਨ ਵੀ ਆਉਂਦਾ ਹੈ। ਕਿਉਂ? ਕਿਉਂਕਿ ਇਹ ਪ੍ਰੈਕਟੀਕਲ ਹੈ। CBSE ਦੇ ਵਿੱਚ ਜ਼ਿਆਦਾਤਰ ਕੁਐਸਚਨਸ ਕਿਹੜੇ ਆਉਂਦੇ ਨੇ, ਜਿਹੜੇ ਪ੍ਰੈਕਟੀਕਲ ਬੇਸਡ ਹੁੰਦੇ ਨੇ, ਉਹ ਕੁਐਸਚਨਸ ਤੁਹਾਨੂੰ ਦੇਖਣ ਨੂੰ ਮਿਲਦੇ ਆ, ਠੀਕ ਹੈ ਜੀ। ਫਿਰ ਇਹਦਾ ਅਸੀਂ ਸਮਝਦੇ ਹਾਂ ਪ੍ਰਿੰਸੀਪਲ, ਕਿ ਇਹ ਕਿਸ ਸਿਧਾਂਤ ਤੇ ਕੰਮ ਕਰਦਾ ਹੈ। ਇਹ ਸਮਝਣਾ ਸਾਡੇ ਲਈ ਥੋੜਾ ਜਿਹਾ, ਆਪਾਂ ਕਹਿ ਸਕਦੇ ਇਹ ਆਪ ਸਮਝਣਾ ਆਪਣੇ ਲਈ ਜ਼ਿਆਦਾ ਇੰਪੋਰਟੈਂਟ ਹੈ। ਪ੍ਰਿੰਸੀਪਲ, ਪ੍ਰਿੰਸੀਪਲ ਕੋਈ ਨਵਾਂ ਨਹੀਂ ਹੈਗਾ, ਅਸੀਂ ਆਲਰੇਡੀ ਬਹੁਤ ਵਾਰੀ ਪੜ੍ਹ ਚੁੱਕੇ ਹਾਂ, ਬਟ ਇਹਨੂੰ ਯੂਜ਼ ਇੱਥੇ ਅਸੀਂ ਕਰਾਂਗੇ। ਜੇ ਮੰਨ ਲਓ ਤੁਹਾਡੇ ਕੋਲ ਇੱਕ ਵਾਇਰ ਹੈ, ਆ ਵਾਇਰ ਦੇ ਦੋ ਟਰਮੀਨਲਸ ਨੇ, ਆਪਾਂ ਨੂੰ ਪਤਾ ਹੈ ਇਸ ਵਾਇਰ ਦੀ ਸਪੋਜ਼ ਜਿਹੜੀ ਲੈਂਥ ਹੈ ਉਹ L ਹੈ, ਠੀਕ ਹੈ ਜੀ। ਤੇ ਇਸ ਵਾਇਰ ਦਾ ਕੁਛ ਨਾ ਕੁਛ ਰੈਜ਼ਿਸਟੈਂਸ ਵੀ ਹੋਏਗਾ, ਤਾਂ ਮੈਨੂੰ ਥੋੜਾ ਜਿਹਾ ਦਿਖਾ ਦੇਣਾ ਵੀ ਆਪਾਂ ਨੂੰ ਸ਼ੋ ਹੋ ਜਾਵੇ ਵੀ ਇਸ ਵਾਇਰ ਦਾ ਰੈਜ਼ਿਸਟੈਂਸ, ਬਿਕੋਜ਼ ਹਰ ਇੱਕ ਵਾਇਰ ਦਾ ਆਪਣਾ ਇੱਕ ਰੈਜ਼ਿਸਟੈਂਸ ਤਾਂ ਹੁੰਦਾ ਹੀ ਹੁੰਦਾ। ਆਪਾਂ ਪੜ੍ਹਿਆ ਚਾਹੇ ਕਾਪਰ ਦੀ ਹੈ ਚਾਹੇ ਸਿਲਵਰ ਦੀ ਹੈ, ਕੁਛ ਨਾ ਕੁਛ ਤਾਂ ਰੈਜ਼ਿਸਟੈਂਸ ਹੋਏਗਾ ਹੀ ਹੋਏਗਾ। ਓਕੇ, ਫਿਰ ਅਸੀਂ ਇਹਦੇ ਨਾਲ ਕੀ ਇੱਕ ਸੈੱਲ ਕਨੈਕਟ ਕਰਦਾ ਜਿਹਦੀ ਬੱਚੇ ਸਪੋਜ਼ EMF E ਹੈ, ਮੰਨ ਲਓ E ਹੈਗੀ ਹੈ 10 ਵੋਲਟ ਸਪੋਜ਼। ਧਿਆਨ ਨਾਲ ਸੁਣੀ ਚੱਲਿਓ, ਠੀਕ ਹੈ, ਸਾਰੀ ਕਹਾਣੀ ਸੁਣਿਓ ਫਿਰ ਸਮਝ ਲੱਗੂਗੀ। 10 ਵੋਲਟ ਦੀ EMF, ਤਾਂ ਮੈਂ ਕਹਿ ਸਕਦਾ ਹੈ ਕਿ ਇਸ ਪੁਆਇੰਟ ਦਾ ਜਿਹੜਾ ਪੋਟੈਂਸ਼ੀਅਲ ਹੈ ਦੈਟ ਇਜ਼ 10 ਵੋਲਟ, ਤੇ B ਦਾ ਜਿਹੜਾ ਪੋਟੈਂਸ਼ੀਅਲ ਹੈ ਦੈਟ ਇਜ਼ 0 ਵੋਲਟ। ਤਾਂ ਤੁਸੀਂ ਜਦੋਂ 10 ਮਾਈਨਸ 0 ਕਰੋਗੇ ਤਾਂ ਪੋਟੈਂਸ਼ੀਅਲ ਡਿਫਰੈਂਸ ਬੱਚੇ ਹੋਗਾ 10 ਵੋਲਟ। ਹੁਣ ਜਦੋਂ ਸਰਕਟ ਕਲੋਜ਼ ਹੈ ਤਾਂ ਆਪਾਂ ਨੂੰ ਪਤਾ ਇਹਦੇ ਚੋਂ ਕਰੰਟ ਫਲੋ ਕਰੇਗਾ, ਏਦਾਂ ਏਦਾਂ ਕਰੰਟ ਜਾ ਰਿਹਾ ਹੋਵੇਗਾ। ਹੁਣ ਅਸੀਂ ਓਮਸ ਲਾਅ ਪੜਿਆ ਹੋਇਆ, ਅਸੀਂ ਪੜਿਆ ਵੀ ਜਦੋਂ ਕਰੰਟ ਕਿਸੇ ਰੈਜ਼ਿਸਟੈਂਸ R ਚੋਂ ਫਲੋ ਕਰਦਾ ਹੈ ਤਾਂ ਉਹਦੇ ਅਕ੍ਰੋਸ ਇੱਕ ਪੋਟੈਂਸ਼ੀਅਲ ਸੈੱਟ ਹੁੰਦਾ ਹੈ, V is equal to IR। ਇਹ ਪੜਿਆ। ਤਾਂ ਸਪੋਜ਼ ਕਰੋ ਵੀ ਕੋਈ ਪੁਆਇੰਟ B ਹੈ, this is the another point C, sorry, ਠੀਕ ਹੈ। ਤਾਂ ਇਹ ਕੋਈ ਲੈਂਥ ਹੋਏਗੀ ਸਪੋਜ਼ L1। ਤਾਂ ਬੱਚੇ ਜਦੋਂ ਇਸ ਲੈਂਥ ਦੇ ਵਿੱਚੋਂ ਇੰਨੀ ਵਾਇਰ ਦੇ ਵਿੱਚੋਂ ਕਰੰਟ I ਫਲੋ ਕਰੇਗਾ ਤਾਂ ਇਸ ਵਾਇਰ ਦਾ ਕੋਈ ਰੈਜ਼ਿਸਟੈਂਸ ਹੋਏਗਾ। ਦੈਟ ਮੀਨਸ ਮੈਂ ਕਹਿ ਸਕਦਾ ਵੀ ਇਸ ਦੇ ਅਕ੍ਰੋਸ, AC ਦੇ ਅਕ੍ਰੋਸ ਕੁਛ ਨਾ ਕੁਛ ਪੋਟੈਂਸ਼ੀਅਲ ਦਾ ਕੀ ਹੈ ਡ੍ਰੌਪ ਹੋਏਗਾ।
ਸਪੋਜ਼ ਇੱਥੇ 10 ਵੋਲਟ ਸੀ ਤਾਂ C ਪੁਆਇੰਟ ਤੇ ਅਸੀਂ ਚੈੱਕ ਕੀਤਾ, ਸਪੋਜ਼ ਕਰੋ ਕਿੰਨਾ ਆ ਗਿਆ 8 ਵੋਲਟ, ਘਟ ਗਿਆ ਪੋਟੈਂਸ਼ੀਅਲ ਕਿਉਂਕਿ ਇਸ ਰੈਜ਼ਿਸਟੈਂਸ ਦੇ ਅਕ੍ਰੋਸ ਡ੍ਰੌਪ ਹੋ ਗਿਆ ਅਕੋਰਡਿੰਗ ਟੂ ਦਿਸ ਫਾਰਮੂਲਾ I into R। ਓਕੇ, ਫਿਰ ਅਸੀਂ ਕੋਈ D ਪੁਆਇੰਟ ਤੇ ਪਹੁੰਚੇ, ਲੈਂਥ L2, ਸਪੋਜ਼ ਇੱਥੇ ਆ ਕੇ ਰਹਿ ਗਿਆ ਇਹ 6 ਵੋਲਟ, ਹੋਰ ਜ਼ਿਆਦਾ ਡ੍ਰੌਪ ਹੋ ਗਿਆ ਕਿਉਂਕਿ ਕਰੰਟ ਜਾ ਰਿਹਾ ਹੈ, I ਜਾ ਰਿਹਾ ਹੈ। ਫਿਰ ਤੁਸੀਂ ਮੰਨ ਲਓ E ਪੁਆਇੰਟ ਤੇ ਦੇਖਿਆ, ਸਪੋਜ਼ ਇੱਥੇ ਰਹਿ ਗਿਆ 4 ਵੋਲਟ, ਫਿਰ ਅੱਗੇ ਜਾ ਕੇ ਕਿੰਨਾ ਰਹਿ ਗਿਆ 0 ਵੋਲਟ। ਆ ਦੇਖੋ 10 ਤੋਂ 8 6 4 0 ਲਗਾਤਾਰ ਵੋਲਟੇਜ ਘਟਦੀ ਜਾ ਰਹੀ ਹੈ, ਮਤਲਬ ਵੋਲਟੇਜ ਦਾ ਡ੍ਰੌਪ ਹੁੰਦਾ ਜਾ ਰਿਹਾ ਹੈ। ਇਹ ਵੋਲਟੇਜ ਦਾ ਡ੍ਰੌਪ ਹੋਣ ਨੂੰ ਹੀ ਅਸੀਂ ਯੂਜ਼ ਦੇ ਵਿੱਚ ਲਿਆਵਾਂਗੇ, ਉਹੀ ਇਹਦਾ ਪ੍ਰਿੰਸੀਪਲ। ਤਾਂ ਪੋਟੈਂਸ਼ੀਓਮੀਟਰ ਕੀ ਕਹਿੰਦਾ ਕਿ ਆਪਾਂ ਨੂੰ ਪਤਾ ਵੀ ਕੋਈ ਵੀ ਸਰਕਟ ਦੇ ਵਿੱਚ ਜਦੋਂ ਕਰੰਟ ਫਲੋ ਕਰਦਾ ਹੈ ਕਿਸੇ ਰੈਜ਼ਿਸਟੈਂਸ ਵਾਲੀ ਵਾਇਰ ਦੇ ਵਿੱਚੋਂ, ਤਾਂ ਉਹਦੇ ਅਕ੍ਰੋਸ ਇੱਕ ਪੋਟੈਂਸ਼ੀਅਲ ਦਾ ਡ੍ਰੌਪ ਹੁੰਦਾ ਹੈ। ਤਾਂ ਕਹਿੰਦਾ ਜਿਹੜਾ ਉਹ ਪੋਟੈਂਸ਼ੀਅਲ ਦਾ ਡ੍ਰੌਪ ਹੈ ਨਾ V, ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਲੈਂਥ ਦੇ। ਜਿੰਨੀ ਬੱਚੇ ਲੈਂਥ ਜ਼ਿਆਦਾ ਹੋਏਗੀ ਵਾਇਰ ਦੀ, ਇਹਦਾ ਮਤਲਬ ਉਹਦਾ ਰੈਜ਼ਿਸਟੈਂਸ ਉਹਨਾਂ ਜ਼ਿਆਦਾ ਹੋਏਗਾ, ਕਿਉਂਕਿ ਆਪਾਂ ਪੜ੍ਹਿਆ R is directly proportional to length। ਜਿੰਨੀ ਲੈਂਥ ਜ਼ਿਆਦਾ ਉਨਾ ਰੈਜ਼ਿਸਟੈਂਸ ਜ਼ਿਆਦਾ, ਜਿੰਨਾ ਰੈਜ਼ਿਸਟੈਂਸ ਜ਼ਿਆਦਾ ਕਰੰਟ ਨਾਲ ਮਲਟੀਪਲਾਈ ਕਰੋਗੇ ਉਹਨਾਂ ਵੋਲਟੇਜ ਦਾ ਕੀ ਹੋਊਗਾ, ਡ੍ਰੌਪ ਜ਼ਿਆਦਾ ਹੋਏਗਾ। ਤਾਂ ਦਿਸ ਇਜ਼ ਦ ਮੇਨ ਲਾਈਨ ਆਫ ਪੋਟੈਂਸ਼ੀਓਮੀਟਰ ਕਿ ਵੋਲਟੇਜ ਡ੍ਰੌਪ ਜਾਂ ਤੁਸੀਂ ਕਹਿ ਸਕਦੇ ਹੋ potential drop is directly proportional to the length of the conducting wire। ਤਾਂ ਇਸ directly proportional ਨੂੰ ਸਾਈਨ ਨੂੰ ਹਟਾ ਕੇ ਅਸੀਂ ਇੱਥੇ constant ਐਡ ਕਰਦੇ ਹਾਂ, that is K into L। and what is a K? K is known as potential gradient। K is known potential gradient। हर एक वायर दे लई एक ही है दी वैल्यू फिक्स रहती है। देखो ग्रेडियंट वर्ड ਅਸੀਂ ਪਹਿਲਾਂ ਹੀ ਪੜਿਆ, ਮੈਂ ਤੁਹਾਨੂੰ ਦੱਸਿਆ ਜਦੋਂ ਕੋਈ ਚੀਜ਼ ਲੈਂਥ ਦੇ ਨਾਲ ਵੇਰੀ ਕਰਨ ਲੱਗ ਜਾਂਦੀ ਤਾਂ ਉਸ ਗ੍ਰੇਡੀਐਂਟ ਬੋਲਦੇ ਆ। ਇੱਥੇ ਪੋਟੈਂਸ਼ੀਅਲ ਦਾ ਜਿਹੜਾ ਡ੍ਰੌਪ ਹੈ ਉਹ ਲੈਂਥ ਤੇ ਡਿਪੈਂਡ ਕਰ ਰਿਹਾ, ਤਾਂ ਮੈਂ ਕੀ ਬੋਲਿਆ ਇਹਨੂੰ ਪੋਟੈਂਸ਼ੀਅਲ ਗ੍ਰੇਡੀਐਂਟ। ਮਤਲਬ ਬੱਚੇ ਧਿਆਨ ਨਾਲ ਸੁਣੋ, ਇਹਦਾ ਕੀ ਹੈ ਕਿ ਵਾਟ ਇਜ਼ ਦ ਮੀਨਿੰਗ ਆਫ ਪੋਟੈਂਸ਼ੀਅਲ ਗ੍ਰੇਡੀਐਂਟ, ਕਿ 1 ਮੀਟਰ ਜਾਂ ਤੁਸੀਂ ਕਹਿ ਸਕਦੇ ਹੋ 1 ਯੂਨਿਟ ਲੈਂਥ ਦੀ ਵਾਇਰ ਦੇ ਅਕ੍ਰੋਸ ਕਿੰਨਾ ਪੋਟੈਂਸ਼ੀਅਲ ਦਾ ਡ੍ਰੌਪ ਹੁੰਦਾ ਹੈ। ਆਈ ਰਿਪੀਟ, 1 ਯੂਨਿਟ ਲੈਂਥ ਦੀ ਵਾਇਰ ਦੇ ਅਕ੍ਰੋਸ ਕਿੰਨਾ ਪੋਟੈਂਸ਼ੀਅਲ ਜਾਂ ਕਿੰਨਾ ਵੋਲਟੇਜ ਦਾ ਡ੍ਰੌਪ ਹੁੰਦਾ ਹੈ, that is known as K, and K is known as potential gradient। this is the principle of potentiometer। ਕਿ ਮੰਨ ਲਓ ਆ 1 ਮੀਟਰ ਦੀ ਵਾਇਰ ਹੈ, ਸਪੋਜ਼ 1 ਮੀਟਰ ਦੀ ਵਾਇਰ ਦੇ ਅਕ੍ਰੋਸ ਅਗਰ 2 ਵੋਲਟ ਦਾ, ਦੇਖੋ 10 - 60 ਮਤਲਬ ਕਿੰਨੇ ਵੋਲਟ ਦਾ ਪੋਟੈਂਸ਼ੀਅਲ ਡ੍ਰੌਪ ਹੋ ਰਿਹਾ ਹੈ, 2 ਵੋਲਟ। ਤੇ ਇਸ ਵਾਇਰ ਦੇ ਵਿੱਚ ਤੁਸੀਂ ਕਿਤੇ ਮਰਜ਼ੀ 1 ਮੀਟਰ ਦੀ ਵਾਇਰ ਦੇਖੋ, ਹਮੇਸ਼ਾ 1 ਮੀਟਰ ਦੀ ਵਾਇਰ ਦੇ ਵਿੱਚ ਕਿੰਨੇ ਦਾ ਵੋਲਟੇਜ ਡ੍ਰੌਪ ਹੋ ਰਿਹਾ ਹੋਊਗਾ, 2 ਵੋਲਟ ਦਾ। ਸਪੋਜ਼ ਆ ਲੈਂਥ ਨੂੰ ਮੈਂ L2 ਮੰਨਿਆ, ਸਪੋਜ਼ ਇਹ ਵੀ ਕਿੰਨੀ ਹੈ 1 ਮੀਟਰ, ਤਾਂ ਇੱਥੇ ਵੀ ਕਿੰਨੇ ਦਾ ਵੋਲਟੇਜ ਦਾ ਡ੍ਰੌਪ ਹੈ 2 ਵੋਲਟ। ਜੇ ਆ ਵੀ 1 ਮੀਟਰ ਦੀ ਹੋਏਗੀ ਤਾਂ ਵੀ ਕਿੰਨਾ ਹੋਏਗਾ 2 ਵੋਲਟ। ਠੀਕ ਹੈ, ਜੇ ਅੱਗੇ ਇਹਦੇ ਵਿੱਚ 1 ਮੀਟਰ ਦੀ ਵਾਇਰ ਕੱਟਾਂਗੇ ਫਿਰ ਵੀ ਕਿੰਨਾ ਹੋਏਗਾ 2 ਵੋਲਟ। ਤਾਂ K is constant। ਕਲੀਅਰ ਪ੍ਰਿੰਸੀਪਲ ਬੋਲੋ, ਕਲੀਅਰ ਹੈ ਜੀ? Yes, sir. ਓਕੇ, ਇਹਦੀ ਮੈਂ ਥਿਊਰੀ ਤੁਹਾਨੂੰ ਭੇਜ ਚੁੱਕਿਆ, ਮੈਂ ਇੱਥੇ ਥਿਊਰੀ ਨਹੀਂ ਲਿਖਵਾਉਂਦਾ, ਉਹ ਤੁਹਾਡੇ ਕੋਲ ਆਲਰੇਡੀ ਤੁਹਾਨੂੰ ਨੋਟਿਸ ਮਿਲ ਚੁੱਕੀ ਹੈ। ਓਕੇ, ਹੁਣ ਇਸ ਨੂੰ ਅਸੀਂ ਯੂਜ਼ ਕਰਨਾ ਹੈ। ਤਾਂ ਮੈਂ ਇੱਥੇ ਪੋਟੈਂਸ਼ੀਅਲ ਗ੍ਰੇਡੀਐਂਟ ਦਾ ਫਾਰਮੂਲਾ ਸਾਈਡ ਤੇ ਲਿਖ ਦੇਣਾ ਹੈ, ਕਾਫੀ ਯੂਜ਼ ਆਏਗਾ ਦਾ V/L। and what is V? V is a potential drop across a resistance। ਓਕੇ, ਤਾਂ ਹੁਣ ਅਸੀਂ ਇਹਦਾ ਯੂਜ਼ ਕਰਨ ਜਾ ਰਹੇ ਹਾਂ। ਫਸਟ ਯੂਜ਼ ਕੀ ਹੈ, to find EMF of cell by using potentiometer। ਜਿਹੜੀ ਪੋਟੈਂਸ਼ੀਓਮੀਟਰ ਆਪਾਂ ਨੂੰ ਲੈਬ 'ਚ ਦੇਖਣ ਨੂੰ ਮਿਲਦਾ ਹੈ, ਉਹਦੀ ਐਕਚੁਅਲ ਡਾਇਗਰਾਮ ਕੁਝ ਹੋਰ ਹੁੰਦੀ ਹੈ, ਬਟ ਮੈਂ ਤੁਹਾਨੂੰ ਇੱਕ ਸਿੰਪਲ ਡਾਇਗਰਾਮ ਬਣਵਾਉਂਗਾ। ਬਾਅਦ ਦੇ ਵਿੱਚ ਲਾਸਟ ਦੇ ਵਿੱਚ ਤੁਹਾਨੂੰ ਮੈਂ ਦੱਸ ਵੀ ਦੇਵਾਂਗਾ ਵੀ ਐਕਚੁਅਲ ਜੋ ਲੈਬ ਦੇ ਵਿੱਚ ਹੈ ਉਹ ਕਿਵੇਂ ਹੁੰਦਾ ਹੈ। ਤੇ ਅੱਜ ਮੈਂ ਤੁਹਾਨੂੰ 2 ਵੀਡੀਓਜ਼ ਵੀ ਸ਼ੇਅਰ ਕਰੂੰਗਾ, ਇੱਕ ਉਹਦੀ ਮੀਟਰ ਬ੍ਰਿਜ ਦੀ ਤੇ ਇੱਕ ਇਹਦੀ ਪੋਟੈਂਸ਼ੀਓਮੀਟਰ ਦੀ। ਠੀਕ ਹੈ, ਤਾਂ ਤੁਸੀਂ
ਪ੍ਰੈਕਟੀਕਲ ਕਿਉਂਕਿ ਸਕੂਲ 'ਚ ਪਰਫਾਰਮ ਤਾਂ ਨਹੀਂ ਕਰ ਸਕਦੇ, ਤਾਂ ਤੁਸੀਂ ਘਰੇ ਬੈਠੇ ਬਿਠਾਏ ਪ੍ਰੈਕਟੀਕਲ ਪਰਫਾਰਮ ਕਿੱਦਾਂ ਕਰਨਾ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ, ਜਿਹਦੇ ਨਾਲ ਤੁਸੀਂ ਜਿੰਨੇ ਮੈਂ ਇੱਥੇ ਗੱਲਾਂ ਕਰੂੰਗਾ ਜਾਂ ਮੈਂ ਆਲਰੇਡੀ ਗੱਲਾਂ ਕਰ ਚੁੱਕਿਆ ਉਹਦੇ ਤੇ ਤੁਹਾਨੂੰ ਟਰਸਟ ਤੁਹਾਡਾ ਇਨਕਰੀਜ਼ ਹੋਏਗਾ। ਤਾਂ ਅਸੀਂ EMF ਆਫ ਸੈੱਲ ਫਾਈਂਡ ਕਰਨਾ, ਠੀਕ ਹੈ। ਇਸ ਚੀਜ਼ ਨੂੰ ਸਮਝਣ ਦੇ ਲਈ ਪਹਿਲਾਂ ਮੈਨੂੰ 1-2 ਕੁਐਸਚਨ ਦਾ ਜਵਾਬ ਚਾਹੀਦਾ ਤੁਹਾਡੇ ਤੋਂ। ਤੁਹਾਡੇ ਸਾਹਮਣੇ ਇੱਕ ਸਿਚੁਏਸ਼ਨ ਹੈ, ਇੱਕ ਸੈੱਲ, ਫਿਰ ਆ ਇੱਕ ਦੂਸਰਾ ਸੈੱਲ, ਇੱਥੇ ਇੱਕ ਗੈਲਵੇਨੋਮੀਟਰ ਹੈ ਜੀ, फिर एक दूसरी कंडीशन, दिस इज अ सेल, दिस इज अनदर सेल एंड हियर इज अ गैल्वेनोमीटर। गैल्वेनोमीटर ਦੇ ਯੂਜ਼ ਹੁਣ ਮੈਂ ਦੱਸਿਆ ਸੀ, ਇੱਕ ਤਾਂ ਡਾਇਰੈਕਸ਼ਨ ਦੱਸਦਾ ਕਰੰਟ ਦੀ ਪਲੱਸ ਸਮਾਲ ਅਮਾਉਂਟ ਆਫ ਕਰੰਟ ਮੈਜ਼ਰ ਕਰਦਾ। ਥਰਡ ਕੀ ਹੈ, ਦਿਸ ਇਜ਼ ਅ one cell and this is another cell and here is a galvanometer। ਧਿਆਨ ਨਾਲ ਨੋਟ ਕਰਿਓ, ਠੀਕ ਹੈ, ਜੋ ਮੈਂ ਪੁੱਛੂੰਗਾ। ਇਸ ਸੈੱਲ ਦੀ ਵਿੱਚ ਬੈਟਰੀ ਦੀ ਜਿਹੜੀ EMF ਹੈ that is 12 ਵੋਲਟ, ਇਸ ਸੈੱਲ ਦੀ ਜੋ EMF ਹੈ that is 12 ਵੋਲਟ। ਇਸ ਸੈੱਲ ਦੀ EMF 12 ਵੋਲਟ, ਇਸ ਦੀ ਹੈ 10 ਵੋਲਟ, ਇਸ ਦੀ ਹੈ ਜੀ 10 ਵੋਲਟ, ਇਸ ਦੀ ਹੈ 12 ਵੋਲਟ। This is case number 1 and this is a case number 2 and this is a case number 3। ਤਾਂ ਜੇ ਮੈਂ ਤੁਹਾਨੂੰ ਬੱਚੇ ਫਸਟ ਕੇਸ ਦੇ ਵਿੱਚ ਪੁੱਛਾਂ ਕਿ ਕਰੰਟ ਕਿੰਨਾ ਫਲੋ ਕਰੇਗਾ ਤਾਂ ਤੁਹਾਡਾ ਆਨਸਰ ਕੀ ਆਏਗਾ? फ्लो नहीं करता। फ्लो नहीं करेगा, वेरी गुड। देखो पॉजिटिव नाल पॉजिटिव कनेक्टेड है, नेगेटिव नाल नेगेटिव कनेक्टेड है, दैट मींस ਜਿਹੜੀ नेट EMF आएगी, जे इनु मैं कहा दिस इज E1 and this is a E2, ਤਾਂ ਇਹ ਆਏਗੀ E1 minus E2, दैट मींस 0 वोल्ट। ਤਾਂ ਬੱਚੇ एक्चुअल कोई पोटेंशियल डिफरेंस ही नहीं है this point and this point। ਆਪਾਂ ਜਾਂ ਕਹਿ ਸਕਦੇ ਦੋਨਾਂ ਦਾ ਪੋਟੈਂਸ਼ੀਅਲ ਹੈ ਜੋ ਸੇਮ ਹੈ, ਤਾਂ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੋ ਗਿਆ? 0। ਤਾਂ ਬੱਚੇ ਇੱਥੇ ਜੋ ਗੈਲਵੇਨੋਮੀਟਰ ਦੀ ਰੀਡਿੰਗ ਆ ਉਹ 0 ਆਏ, ਮਤਲਬ ਇਹਦੀ ਜਿਹੜੀ ਨੀਡਲ ਹੈ ਨਾ ਗੈਲਵੇਨੋਮੀਟਰ ਦੀ ਬਿਲਕੁਲ ਸੈਂਟਰ 'ਚ ਹੋਏਗੀ, ਸੈਂਟਰ 'ਚ 0 ਹੁੰਦਾ। ਤਾਂ ਇੱਕ ਗੱਲ ਦਿਮਾਗ 'ਚ ਇੱਥੇ ਬਿਠਾ ਲਓ ਵੀ ਗੈਲਵੇਨੋਮੀਟਰ ਸਿਰਫ ਔਰ ਸਿਰਫ ਕਰੰਟ ਦੀ ਵੈਲਿਊ 0 ਉਦੋਂ ਦਿਖਾਏਗਾ ਜਦੋਂ अगर सर्किट च 2 सैल लगे हुए हैं, दोनों की EMF कितनी है? सेम है, दैट मींस ਉਹਦੇ ਵਿਚਕਾਰ पोटेंशियल डिफरेंस 0 है। डेफिनेटली पढ़िया होया ਆਪਾਂ करंट ਕਦੋਂ ਫਲੋ ਕਰਦਾ ਜਦੋਂ पोटेंशियल ਦਾ ਕੁਝ ਨਾ ਕੁਝ डिफरेंस ਹੁੰਦਾ, ਤਾਂ ਇਹਦੇ ਵਿੱਚ 0 ਹੈ। ਓਕੇ, ਤਾਂ ਤੁਸੀਂ ਮੈਨੂੰ ਇੱਥੇ ਦੱਸ ਸਕਦੇ ਹੋ ਕਿ ਕਰੰਟ ਦੀ ਡਾਇਰੈਕਸ਼ਨ ਕੀ ਹੋਏਗੀ? सर 12 वोल्ट तो 10 वोल्ट वाल वेरी गुड, जाऊंगा। बहुत अच्छे। दैट मींस 12 वोल्ट वाली बैटरी ज्यादा बड़ी है, तो 12 minus 10 which is equal to 2 वोल्ट। तो 2 वोल्ट ਦੇ पोटेंशियल डिफरेंस करके करंट फ्लो करेगा इन दिस डायरेक्शन। मतलब ਜਿਹੜਾ ਕੀ ਹੈ ਆਪਾਂ ਕਹਿ ਸਕਦੇ ਹਾਂ ਜਿਹੜਾ ਜ਼ਿਆਦਾ ਤਾਕਤਵਰ ਹੈ ਉਹਦੇ ਕਰਕੇ ਸਰਕਟ 'ਚ ਕਰੰਟ ਚੱਲੂਗਾ, ਮਤਲਬ ਉਹਦੀ ਚੱਲੇਗੀ, ਠੀਕ ਹੈ। ਤਾਂ ਸਪੋਜ਼ ਕਿ ਗੈਲਵੇਨੋਮੀਟਰ ਨੇ ਜਿਹੜੀ ਨੀਡਲ ਹੈ ਉਹ ਇਸ ਸਾਈਡ ਡਿਫਲੈਕਟ ਹੋ ਗਈ, ਰੀਜ਼ਨ ਉਹਦਾ ਇੱਥੇ ਸੀ 0, ਇਸ ਸਾਈਡ। ਇਸ ਸਾਈਡ ਕੀ ਹੈ? ऑपोजिट होएगा, करंट ਹੁਣ ਇਦਾਂ ਚੱਲੇਗਾ। ਦੇਖੋ ਡਾਇਰੈਕਸ਼ਨ ਆਫ ਕਰੰਟ ਕੀ ਹੈ? ਆਪੋਜ਼ਿਟ ਹੈ ਇਸ ਦੇ ਨਾਲ। ਇਹਦਾ ਮਤਲਬ ਜੇ ਉਹ ਸੈਂਟਰ ਦੇ ਵਿੱਚ ਪਹਿਲਾਂ ਇਦਾਂ ਸੀ ਤਾਂ ਉਹਦੀ ਹੁਣ ਡਿਫਲੈਕਸ਼ਨ ਆਪੋਜ਼ਿਟ। ਤਾਂ ਦੇਖੋ ਚੈੱਕ ਕਰੋ, ਇਹ ਮਤਲਬ ਪ੍ਰੈਕਟੀਕਲੀ ਜੋ ਤੁਸੀਂ ਦੇਖੋਗੇ ਇਦਾਂ ਤੁਹਾਨੂੰ ਮਿਲੇਗਾ। ਇਹਦਾ ਮਤਲਬ ਅਗਰ ਤਾਂ ਡਾਇਰੈਕਸ਼ਨ ਇਸ ਨੀਡਲ ਦੀ ਆਪੋਜ਼ਿਟ ਆ ਰਹੀ ਹੈ, ਇਹਦਾ ਮਤਲਬ ਕਰੰਟ ਦੀ ਡਾਇਰੈਕਸ਼ਨ ਆਪੋਜ਼ਿਟ ਹੈ ਸਰਕਟ ਦੇ ਵਿੱਚ। बट अगर ਉਹਦੀ ਰੀਡਿੰਗ 0 ਆ ਰਹੀ ਹੈ, ਇਹਦਾ ਮਤਲਬ ਦੋ ਪੁਆਇੰਟਸ ਦੇ ਵਿਚਕਾਰ ਪੋਟੈਂਸ਼ੀਅਲ ਸੇਮ ਹੈ, ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੈ? 0। ਇਹ ਕਨਸੈਪਟ, ਇਹ ਵਾਲਾ ਕਨਸੈਪਟ ਹੁਣ ਅਸੀਂ ਯੂਜ਼ ਕਰਾਂਗੇ। ਚਲੋ ਇਹਨੂੰ ਆਪਾਂ ਯੂਜ਼ ਕਰਦੇ ਹਾਂ। ਦੇਖੋ ਦੋ ਕਨਸੈਪਟ ਕਰਾਏ ਨੇ ਮੈਂ, ਦੋਨੇ ਹੁਣ ਯੂਜ਼ ਕਰੂੰਗਾ। ਇੱਕ ਤਾਂ ਵੋਲਟੇਜ ਦਾ ਡ੍ਰੌਪ, ਦੂਸਰਾ ਜਦੋਂ ਪੋਟੈਂਸ਼ੀਅਲ ਸੇਮ ਹੋ ਜਾਂਦਾ ਹੈ ਤਾਂ ਪੋਟੈਂਸ਼ੀਅਲ ਡਿਫਰੈਂਸ 0 ਹੋ ਜਾਂਦਾ ਹੈ ਤੇ ਗੈਲਵੇਨੋਮੀਟਰ 'ਚ ਕਰੰਟ ਕਿੰਨਾ ਫਲੋ ਕਰਦਾ ਹੈ? 0। ਚਲੋ ਹੁਣ ਅਸੀਂ ਪੋਟੈਂਸ਼ੀਓਮੀਟਰ ਦੀ ਇੱਕ ਸਰਕਟ ਡਾਇਗਰਾਮ ਬਣਾਉਣੀ ਹੈ। ਪੋਟੈਂਸ਼ੀਓਮੀਟਰ 'ਚ ਬੱਚੇ ਕੀ ਹੁੰਦਾ ਹੈ? ਇੱਕ ਵਾਇਰ ਹੁੰਦੀ ਹੈ, ਰੈਜ਼ਿਸਟੈਂਸ ਵਾਇਰ,
मैं ਇਹਦਾ ਥੋੜਾ ਜਿਹਾ ਰੈਜ਼ਿਸਟੈਂਸ ਦਿਖਾ ਦਣਾ। ਅੱਛਾ ਫਿਰ ਬੱਚੇ ਇੱਥੇ ਕੁਐਸਚਨ ਬਣਦਾ ਹੈ ਕਿ ਜੋ ਪੋਟੈਂਸ਼ੀਓਮੀਟਰ ਦੇ ਵਿੱਚ ਰੈਜ਼ਿਸਟੈਂਸ ਵਾਇਰ ਤੁਸੀਂ ਯੂਜ਼ ਕਰਦੇ ਹੋ ਕਿਹੜੇ ਮਟੀਰੀਅਲ ਦੀ ਬਣੀ ਹੁੰਦੀ ਹੈ, ਤਾਂ ਆਨਸਰ ਕੀ ਆਏਗਾ? ਰੈਜ਼ਿਸਟੈਂਸ ਵਾਇਰ ਕਿਹੜੇ ਮਟੀਰੀਅਲ ਦੀ ਬਣੀ ਹੁੰਦੀ ਹੈ? Constantan sir. हाँ Constantan. वेरी गुड। ਇਹਦਾ फटाफट आंसर होना चाहिए। कॉन्स्टेंटन, मैग्नेनिन, यूरेका। अच्छा क्यों बनी ਹੁੰਦੀ ਹੈ? यही मटेरियल क्यों यूज करते हैं? Sir, because ਉਹਦੀ resistance ਬਹੁਤ ਜ਼ਿਆਦਾ ਹੁੰਦੀ ਹੈ ਤੇ ਕਿ temperature coefficient ਘੱਟ ਹੁੰਦਾ ਹੈ। हाँ बिल्कुल सही है, जिन्होंने बोलिया अच्छा ठीक बोलिया। ਇਹਨਾਂ ਦੀ ਰੈਜ਼ਿਸਟਿਵਿਟੀ ਵੀ ਜ਼ਿਆਦਾ ਹੁੰਦੀ ਹੈ। ਦੂਸਰਾ ਸਭ ਤੋਂ ਮੇਨ ਗੱਲ ਕਿ ਇਹਨਾਂ ਦਾ ਟੈਂਪਰੇਚਰ ਚੇਂਜ ਹੋਣ ਦੇ ਨਾਲ ਰੈਜ਼ਿਸਟੈਂਸ ਚੇਂਜ ਨਹੀਂ ਹੁੰਦਾ। ਦੈਟ ਮੀਨਸ ਇਹਨਾਂ ਦਾ ਅਲਫਾ ਬਹੁਤ ਘੱਟ ਹੁੰਦਾ ਹੈ। ਚਲੋ ਤਾਂ ਸਾਡੇ ਕੋਲੇ ਇੱਕ ਆਹ ਕੀ ਹੈ ਵਾਇਰ ਹੈ। ਸਪੋਜ਼ ਇਹਦੀ ਲੈਂਥ ਹੈਗੀ ਹੈ L, ਕੈਪੀਟਲ L ਇਜ਼ ਦ ਲੈਂਥ ਆਫ ਰੈਜ਼ਿਸਟੈਂਸ ਵਾਇਰ ਆਫ ਪੋਟੈਂਸ਼ੀਓਮੀਟਰ। ਤਾਂ ਬੱਚੇ ਜਿਹੜਾ A ਟਰਮੀਨਲ ਹੈ, A ਟਰਮੀਨਲ ਤੋਂ ਅਸੀਂ ਇੱਕ ਬੈਟਰੀ ਕਨੈਕਟ ਕਰਦੇ ਹਾਂ ਤੇ ਇੱਕ ਸੈੱਲ ਕਨੈਕਟ ਕਰਦੇ ਹਾਂ B ਨਾਲ, ਤੇ ਰਾਸਤੇ ਦੇ ਵਿੱਚ ਇੱਕ ਵੇਰੀਏਬਲ ਰੈਜ਼ਿਸਟੈਂਸ ਲਗਾ ਦਾਂਗੇ। एक्सटर्नल रेजिस्टेंस ਤੁਸੀਂ ਇਹਨੂੰ ਬੋਲ ਸਕਦੇ ਹੋ। ਇਹ ਸੈੱਲ ਦੀ EMF E ਹੈ। ਇਹ ਉਹ ਸੈੱਲ ਹੈ ਬੱਚੇ ਜਿਹੜਾ ਤੁਹਾਨੂੰ ਜਿਹਦੀ ਤੁਹਾਨੂੰ EMF ਪਤਾ ਹੈ, ਇਹਦੇ ਉੱਪਰ ਲਿਖਿਆ ਹੋਇਆ ਵੀ ਇਹ 10 ਵੋਲਟ ਦਾ ਹੈ, 20 ਵੋਲਟ ਦਾ, ਮਤਲਬ ਸਾਨੂੰ ਪਤਾ ਹੈ, ਇਹਦੇ ਬਾਰੇ ਅਸੀਂ ਜਾਣਦੇ ਹਾਂ। ਠੀਕ ਹੈ, ਇਹਦੀ ਵੈਲਿਊ ਵੀ ਤੁਹਾਨੂੰ ਪਤਾ ਹੋਊਗੀ ਬਾਹਰੋਂ। ਰੈਜ਼ਿਸਟੈਂਸ ਬਾਕਸ ਤੁਸੀਂ ਲਗਾਤਾ ਵੀ 50 ਓਮ ਹੈ, 30 ਓਮ ਹੈ, 20 ਓਮ ਹੈ, ਜਿੰਨਾ ਤੁਹਾਨੂੰ ਸੈੱਟ ਲੱਗਦਾ ਹੈ ਅਸੀਂ ਲਗਾਤਾ। ਫਿਰ ਅਸੀਂ ਕੀ ਕਰਨਾ ਹੈ, ਜਿਹੜਾ A ਵਾਲਾ ਪੁਆਇੰਟ ਹੈ, A ਪੁਆਇੰਟ, ਇਸ A ਪੁਆਇੰਟ ਤੋਂ ਇੱਕ ਵਾਇਰ ਲਵਾਂਗੇ। ਇਸ ਵਾਇਰ ਨੂੰ ਅਸੀਂ ਸੈੱਲ ਦੇ ਪੋਜ਼ਿਟਿਵ ਟਰਮੀਨਲ ਨਾਲ ਜੋੜਾਂਗੇ। ਧਿਆਨ ਰਹੇ A ਪੁਆਇੰਟ ਜਿਹੜੇ ਸੈੱਲ ਬਾਰੇ ਅਸੀਂ ਜਾਣਦੇ ਹਾਂ ਉਹਦੇ ਵੀ ਪੋਜ਼ਿਟਿਵ ਨਾਲ ਕਨੈਕਟਡ ਹੈ, ਇੱਥੋਂ ਵੀ ਤੁਹਾਨੂੰ ਪੋਜ਼ਿਟਿਵ ਨਾਲ ਕਨੈਕਟ ਕਰਨਾ ਪਊਗਾ। ਜੇ ਤੁਸੀਂ ਨਹੀਂ ਕਰੋਗੇ ਤਾਂ ਤੁਹਾਡਾ ਐਕਸਪੈਰੀਮੈਂਟ ਗਲਤ ਹੋਏਗਾ। ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਐਕਸਪੈਰੀਮੈਂਟ ਕਰੀ ਜਾਓਗੇ ਤਾਂ ਵੀ ਤੁਹਾਡਾ ਐਕਸਪੈਰੀਮੈਂਟ ਕੀ ਹੈ, ਸਹੀ ਪਰਫਾਰਮ ਨਹੀਂ ਹੋਣਾ। ਕਿਉਂ ਨਹੀਂ ਹੋਣਾ ਉਹਦਾ ਰੀਜ਼ਨ ਵੀ ਤੁਹਾਨੂੰ ਪਤਾ ਲੱਗੇ। ਤਾਂ ਇੱਥੇ ਆਊਗਾ ਜੀ ਨੈਗੇਟਿਵ। ਇਹ ਉਹ ਸੈੱਲ ਹੈ ਬੱਚੇ ਜਿਹੜਾ ਤੁਸੀਂ ਮਾਰਕੀਟ ਚੋਂ ਖਰੀਦਿਆ ਹੈਗਾ, ਬਟ ਤੁਹਾਨੂੰ ਇਹਦੀ EMF ਨਹੀਂ ਪਤਾ ਕਿੰਨੀ ਹੈ। ਮੈਂ ਇਹਨੂੰ E ਡੈਸ਼ ਮੰਨ ਲਿਆ, ਤੇ ਇਹਦੀ ਜਿਹੜੀ ਦੂਸਰੀ ਵਾਇਰ ਹੈ ਇਹਦੇ ਨਾਲ ਬੱਚੇ ਤੁਸੀਂ ਲਾ ਦੋਗੇ ਇੱਥੇ ਇੱਕ ਗੈਲਵੇਨੋਮੀਟਰ ਜਿਹੜਾ ਸਾਨੂੰ ਕਰੰਟ ਦੱਸੇਗਾ, ਤੇ ਇਸ ਦੀ ਜਿਹੜਾ ਦੂਸਰਾ ਟਰਮੀਨਲ ਆ ਉਹਦੇ ਨਾਲ ਤੁਸੀਂ ਲਗਾ ਦੋਗੇ ਇੱਕ ਜੌਕੀ। ਤਾਂ ਇਦਾਂ ਦਾ ਸਰਕਟ ਅਸੀਂ ਪੋਟੈਂਸ਼ੀਓਮੀਟਰ ਦੇ ਵਿੱਚ ਯੂਜ਼ ਕਰਦੇ ਹਾਂ। ਇੱਕ ਵਾਇਰ ਜਿਹਦੀ ਲੈਂਥ ਕੀ ਹੈ, ਕੈਪੀਟਲ L, ਇੱਕ ਮੇਨ ਬੈਟਰੀ ਜਿਹਦੀ EMF ਸਾਨੂੰ ਪਤਾ ਹੋਏਗਾ, ਇੱਕ ਵੇਰੀਏਬਲ ਰੈਜ਼ਿਸਟੈਂਸ, ਐਕਸਟਰਨਲ ਰੈਜ਼ਿਸਟੈਂਸ ਲਗਾਵਾਂਗੇ, ਇੱਕ ਸੈੱਲ ਲਗਾਉਣੇ ਆ ਜਿਹਦੀ EMF ਅਸੀਂ ਕੈਲਕੂਲੇਟ ਕਰਨੀ ਹੈ। We have to find the EMF of this cell. ਇਹ ਸਾਡਾ ਟਾਰਗੇਟ ਹੈ। ਤਾਂ ਸਭ ਤੋਂ ਪਹਿਲਾਂ ਥੋੜਾ ਜਿਹਾ ਇਹਦੇ ਬਾਰੇ ਆਪਾਂ ਇੰਟਰੋਡਕਸ਼ਨ ਲਿਖ ਲੈਣੇ। ਤਾਂ L ਕੀ ਹੈ? L is the length of potentiometer wire. And small r की है, that is the resistance of potentiometer wire. Potentiometer wire of length L, of L length. पूरी L length ਦਾ ਮੈਂ resistance R ਮੰਨ ਲਿਆ। Okay, ਹੁਣ ਦੇਖੋ ਜਦੋਂ ਤੁਸੀਂ ਇਸ ਐਕਸਟਰਨਲ ਬੈਟਰੀ ਦੇ ਨਾਲ ਇਹਨੂੰ ਜੋੜਿਆ, ਇਹ ਤਾਂ ਅਸੀਂ EMF ਕੈਲਕੂਲੇਟ ਕਰਨੀ, ਇਹਨੂੰ ਭੁੱਲ ਜਾਓ ਵੀ ਹੈ ਨਹੀਂ ਸਰ। ਤਾਂ ਇੱਥੋਂ ਕਰੰਟ ਫਲੋ ਕਰੇਗਾ I, ਐਦਾਂ ਕਰੰਟ ਫਲੋ ਕਰ ਰਿਹਾ ਹੋਵੇਗਾ। ਇਸ ਸਰਕਟ 'ਚ ਦੌੜ ਰਿਹਾ ਹੋਵੇਗਾ ਕਰੰਟ ਐਦਾਂ I, ਐਦਾਂ ਕਰੰਟ ਚੱਲ ਰਿਹਾ। ਓਕੇ, ਤਾਂ ਹੁਣ ਅਸੀਂ ਕੀ ਕਰਨਾ ਹੈ, ਜਦੋਂ ਅਸੀਂ ਇਹ ਬੈਟਰੀ ਲਗਾਤੀ, ਇੱਧਰ ਗੈਲਵੇਨੋਮੀਟਰ ਲਗਾਤਾ, ਇੱਥੇ ਆ ਗਈ ਜੌਕੀ, ਆ ਮਾਰਕਰ ਮੇਰਾ ਜੌਕੀ। ਤਾਂ ਇਸ ਜੌਕੀ ਨੂੰ ਬੱਚੇ ਮੈਂ ਕੀ ਕਰੂੰਗਾ, A ਪੁਆਇੰਟ ਤੋਂ B ਪੁਆਇੰਟ ਵੱਲ ਮੈਂ ਇਹਨੂੰ ਸਲਾਈਡ ਕਰੂੰਗਾ। ਏਦਾਂ ਸਲਾਈਡ ਕਰਿਆ ਤਾਂ ਸਪੋਜ਼ ਕਰੋ ਆ ਇੱਕ ਪੁਆਇੰਟ ਇਹੋ ਜਿਹਾ ਆਇਆ ਜਿੱਥੇ ਇਸ ਗੈਲਵੇਨੋਮੀਟਰ ਨੇ ਰੀਡਿੰਗ 0 ਦਿੱਤੀ। ਅਸੀਂ ਪ੍ਰੈਕਟੀਕਲ ਪਰਫਾਰਮ ਕਰਦੇ ਸੀ, ਇਸ AB ਵਾਇਰ ਦੇ ਕ੍ਰੋਸ ਇੱਕ ਸਰਟਨ ਪੁਆਇੰਟ ਤੇ ਗੈਲਵੇਨੋਮੀਟਰ ਦੀ ਰੀਡਿੰਗ ਕਿੰਨੀ ਆ ਗਈ, 0। ਤੇ ਗੈਲਵੇਨੋਮੀਟਰ 0 ਕਦੋਂ ਰੀਡਿੰਗ ਦਿਖਾ ਸਕਦਾ ਹੈ,
अगर इस AJ दा पोटेंशियल इस सैल दी EMF दे बराबर हो जाए। याद करो जेड़ा मैं तुहानू हुण कंसैप्ट समझा के आया सी। आ देखो जे मैनू ऐ बना ला, आ देखो आ AJ हो गया, दिस इज J, दिस इज A, ए चो कोई करंट फ्लो कर रहे हैं, ਇਹਦਾ कोई ना कोई रेजिस्टेंस भी होएगा। नीचे की लगी हुई है बैटरी, ਇੱਥੇ ਲੱਗਿਆ ਹੋਇਆ ਹੈ ਗੈਲवेनोमीटर, ਇੱਥੇ ਛੋਟੀ ਜਿਹੀ ਜੌਕੀ। ਹੁਣ ਦੇਖੋ ਜਦੋਂ ਜੋ ਕਰੰਟ ਪਾਸ ਕਰੂਗਾ ਤਾਂ ਇਸ AJ ਦੇ ਅਕ੍ਰੋਸ ਕੋਈ ਨਾ ਕੋਈ ਪੋਟੈਂਸ਼ੀਅਲ ਡਿਫਰੈਂਸ ਤਾਂ ਹੋਏਗਾ ਹੀ ਹੋਏਗਾ। देखो A किहदे नाल है कनेक्टेड है पॉजिटिव टर्मिनल नाल, मतलब एदी आ वाली जेडी पोटेंशियल है पॉजिटिव है। अच्छा A किहदे नाल कनेक्टेड है नेगेटिव, मतलब A नेगेटिव हो गया, मतलब मैं कह सकता A पॉजिटिव है नेगेटिव है, तो पॉजिटिव पॉजिटिव नाल कनेक्टेड है, नेगेटिव नेगेटिव नाल कनेक्टेड है। ते पर्टिकुलर पॉइंट साडे कोल गैल्वेनोमीटर दा करंट कितना आ रहा है 0। तो मैं कह सकदा बच्चे कि जेड़ा पोटेंशियल है AJ दा इज इक्वल टू दिस सेल। दैट मीन जे असी AJ दा पोटेंशियल कैलकुलेट कर लिए तो साडे कोले वो कादी वैल्यू आ जाऊगी E डैश। तो सिंपल। तो असी करना की है हुण, देखो पहला आपां देखदे हां वोल्टेज दा ड्रॉप या पोटेंशियल ड्रॉप, पोटेंशियल ड्रॉप अक्रॉस L लेंथ ऑफ वायर। तो बच्चे करंट आई है, सारी वायर का रेजिस्टेंस कितना R, तो कितना हो गया IR। इस पूरी वायर दे क्रॉस पोटेंशियल ड्रॉप कितना IR। नाउ पोटेंशियल ड्रॉप अक्रॉस यूनिट लेंथ, जिस यूनिट लेंथ की गल करिए दैट मीन्स बच्चे कितना आएगा, दैट इज IR बाय L। देखो एक यूनिट लेंथ का, चाहे मैं इत्थे कि स्मॉल L लिखिया कैपिटल L भी तुसी लिख सकते हो, वोल्टेज ड्रॉप पर यूनिट लेंथ इज इक्वल टू की डिफाइन किया सी K। ਇਹਦਾ मतलब बच्चे ਤੁਹਾਡੇ ਕੋਲੇ ਇਹ ਆ ਗਿਆ K पोटेंशियल ग्रेडियंट भी एक यूनिट लेंथ ਦੇ ਵਿੱਚ ਕਿੰਨਾ वोल्टेज ਦਾ ड्रॉप हो ਰਿਹਾ। ओके नाउ पोटेंशियल ਸਾਨੂੰ ਕਿਹਦਾ वोल्टेज ਦਾ ड्रॉप ਚਾਹੀਦਾ, ਸਾਨੂੰ ਇਸ AJ ਦਾ, ਇਸ AJ ਦੀ ਲੈਂਥ ਸਪੋਜ਼ L ਹੈ, स्मॉल है, the potential drop across L length, तो बच्चे कितना आएगा ये, दैट इज IR अपॉन L तो है कि यूनिट का इनटू मल्टीप्लाई कर दो L। ਇਹਦਾ मतलब इस ਦਾ पोटेंशियल फाइंड कर लिया, वो पोटेंशियल इक्वल कादे होएगा इस सेल दी EMF, क्योंकि जे ये इक्वल है ਤਾਂ ਹੀ ਗੈਲवेनोमीटर ਦਾ करंट कितना आ सकता है जी। therefore ਅਸੀਂ स्टूडेंट्स लिख सकते हैं कि E dash is equal to IR upon capital L into small l। this is the formula to calculate EMF of the cell। और इन्हों मैं की लिख सकता E dash, देखो सारे फैक्टर ਨੂੰ ਅਸੀਂ K लिख सकते हैं K into L। ਤਾਂ ਐਕਸਪੈਰੀਮੈਂਟ ਦੇ ਵਿੱਚ ਕੁੱਲ ਮਿਲਾ ਕੇ ਅਸੀਂ ਕੀ ਕੈਲਕੂਲੇਟ ਕਰਨਾ ਹੁੰਦਾ ਹੈ, ਅਸੀਂ ਇਸ ਸਕੇਲ, ਇੱਥੇ ਇੱਕ ਸਕੇਲ ਲੱਗਿਆ ਹੁੰਦਾ ਹੈ, ਉਹ ਸਕੇਲ ਤੇ ਲੈਂਥ ਕੈਲਕੂਲੇਟ ਕਰਨੀ ਹੁੰਦੀ ਹੈ ਵੀ ਕਿੰਨੀ ਲੈਂਥ ਤੇ ਗੈਲवेनोमीटर ਕਿੰਨਾ ਕਰੰਟ ਸ਼ੋ ਕਰ ਰਿਹਾ 0। ਤਾਂ ਤੁਹਾਡੇ ਕੋਲੇ ਉਹ ਪੁਆਇੰਟ ਕਿਹੜਾ ਆ ਜਾਊਗਾ, ਨਲ ਪੁਆਇੰਟ ਆ ਜਾਊਗਾ। मतलब इस पॉइंट ਨੂੰ ਜਦੋਂ ਗੈਲवेनोमीटर ਦਾ ਕਰੰਟ 0 ਹੋਊਗਾ, ਇਸ ਪੁਆਇੰਟ ਨੂੰ ਅਸੀਂ ਕੀ ਬੋਲਾਂਗੇ ਨਲ ਪੁਆਇੰਟ। ਉਹ ਤੁਸੀਂ ਲੈਂਥ ਕੈਲਕੂਲੇਟ ਕਰ ਲਓਗੇ, ਇਸ ਫਾਰਮੂਲੇ ਚ ਪੁੱਟ ਕਰ ਦੋਗੇ, K ਦੀ ਵੈਲਿਊ ਤੁਹਾਨੂੰ ਗਿਵਨ ਹੋਏਗੀ, ਤਾਂ ਤੁਹਾਨੂੰ ਸੈੱਲ ਦੀ EMF ਕੈਲਕੂਲੇਟ ਤੁਸੀਂ ਕਰ ਸਕਦੇ ਹੋ। ਦੇਖੋ ਜੀ ਅਗਰ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ ਤਾਂ ਦੱਸੋ। ਸਰ ਹਾਂਜੀ ਸਰ ਜੌਕੀ ਦਾ ਕੀ ਫੰਕਸ਼ਨ ਹੁੰਦਾ? ਜੌਕੀ ਇੱਕ ਸਲਾਈਡ ਦਾ ਕੰਮ ਕਰਦੀ ਹੈ, मतलब एक वायर ਨੂੰ ਅਸੀਂ ਐਜ਼ ਇਟ ਇਜ਼ मतलब मूव नहीं करा सकते ना, फिर मतलब ਸਾਨੂੰ ਇਲੈਕਟ੍ਰਿਕ ਸ਼ੌਕ ਲੱਗਣ ਦਾ ਕੀ ਹੈ ਖਤਰਾ ਹੁੰਦਾ। ਵੈਸੇ ਤੇ ਇਨਸੂਲੇਸ਼ਨ ਕੀਤੀ ਹੁੰਦੀ ਹੈ, ਬਟ ਜੌਕੀ ਕੀ ਹੈ मतलब ਇੱਕ ਆਪਾਂ ਨੂੰ ਕਹਿ ਸਕਦੇ ਆ ਵੀ ਇਨਸੂਲੇਸ਼ਨ ਪ੍ਰੋਵਾਈਡ ਕਰਦੀ ਹੈ, ਜਿਹਦਾ ਜਿਹੜਾ ਫਰੰਟ ਵਾਲਾ मतलब ਯਾਨੀ ਕਿ ਲਾਈਕ ਆ ਪੈਨ ਹੁੰਦੀ ਹੈ, ਜਿਹੜਾ ਫਰੰਟ ਪੋਰਸ਼ਨ ਹੁੰਦਾ ਉਹ ਕੰਡਕਟਰ ਹੁੰਦਾ ਹੈ ਤੇ ਉੱਪਰ ਉਹਦੇ ਕੀ ਹੈ ਇਨਸੂਲੇਸ਼ਨ ਕੀਤੀ ਹੁੰਦੀ ਹੈ, ਤੇ ਜਿਹੜਾ ਲਾਸਟ ਵਾਲਾ ਪਾਰਟ ਹੈ ਉਹ ਫਿਰ ਕੀ ਉਹਦਾ ਕੰਡਕਟਰ ਹੁੰਦਾ ਹੈ। ਤਾਂ ਲਾਸਟ ਵਾਲੇ ਪਾਰਟ ਦੇ ਵਿੱਚ ਅਸੀਂ ਕੀ ਹੈ ਜੌਕੀ ਨੂੰ ਕੀ ਮੈਂ ਅਟੈਚ ਕਰ ਦੂੰਗਾ ਵਾਇਰ ਦੇ ਨਾਲ, ਜਿਹਦੇ ਨਾਲ ਉਹਦੇ ਵਿੱਚ ਦੀ ਕਰੰਟ ਫਲੋ ਕਰਦਾ ਹੈ ਤੇ ਉਸ ਵਾਇਰ ਦੇ ਵਿੱਚੋਂ ਫਿਰ ਅਸੀਂ ਉਹਨੂੰ ਏਦਾਂ ਮੂਵ ਕਰ ਸਕਦੇ ਹਾਂ। ਮੈਂ ਤੁਹਾਨੂੰ ਅੱਜ ਵੀਡੀਓ ਸ਼ੇਅਰ ਕਰੂੰਗਾ ਨਾ ਪ੍ਰੈਕਟੀਕਲ ਦੀ, ਉਹਦੇ ਵਿੱਚ ਤੁਸੀਂ ਉਹਨੂੰ ਦੇਖ ਵੀ ਲਿਓ ਕਿ ਜੌਕੀ ਐਕਚੁਅਲ ਚ ਹੁੰਦੀ ਕੀ ਹੈ। ਓਕੇ ਸਰ। क्लियर स्टूडेंट्स?
Yes, sir. ਹਾਂ Yes, ਜੇ sir. ਤੁਹਾਨੂੰ ਇੰਨਾ ਕੁਐਸਚਨ ਆਉਂਦਾ ਹੈ ਠੀਕ ਹੈ ਤਾਂ ਤੁਹਾਨੂੰ 2 ਮਾਰਕਸ ਦਾ ਆਊਗਾ। ਨੈਕਸਟ ਅਸੀਂ ਚੱਲਦੇ ਹਾਂ। ਬਸ ਇੱਕ ਜਿਹੜਾ ਸਟਾਰਟਿੰਗ ਵਾਲੇ ਤੇ ਹੀ ਸਾਨੂੰ ਥੋੜਾ ਸਮਝਣ ਦਾ ਟਾਈਮ ਲੱਗਦਾ, ਬਾਕੀ ਤਾਂ ਕੰਮ ਸੌਖਾ ਹੀ ਹੈ ਸਾਰਾ। ਸਟਾਰਟਿੰਗ ਦੇ ਸਾਰਾ ਕਨਸੈਪਟ ਸਮਝਣਾ ਪੈਂਦਾ ਹੈ। ਹੁਣ ਦੇਖੋ ਤੁਸੀਂ ਪੋਟੈਂਸ਼ੀਓਮੀਟਰ ਨੂੰ ਯੂਜ਼ ਕਰਨਾ ਸਿੱਖੇ ਵੀ ਕਿੱਦਾਂ ਨੂੰ ਯੂਜ਼ ਕਰਨਾ ਹੈ। ਅਸੀਂ ਵਾਇਰ ਨੂੰ ਕੀ ਹੈ ਮਤਲਬ ਜਿਹੜੀ ਜੌਕੀ ਨੂੰ ਮੂਵ ਕਰਾਉਣਾ ਹੈ ਕਿ ਕਿਸ ਪੁਆਇੰਟ ਤੱਕ, ਜਦੋਂ ਤੱਕ ਗਲਵੈਨੋਮੀਟਰ ਕੀ ਹੈ ਰੀਡਿੰਗ ਕੀ ਹੈ 0 ਸ਼ੋ ਨਹੀਂ ਕਰਦਾ। ਜਦੋਂ 0 ਸ਼ੋ ਕਰ ਗਿਆ ਦੈਟ ਮੀਨਸ ਕੀ ਹੈ, ਸਾਨੂੰ ਪਤਾ ਹੈ ਵੀ ਜਿਹੜਾ ਵੀ ਇੱਥੇ ਵੋਲਟੇਜ ਦਾ ਡ੍ਰੌਪ ਬਣੇਗਾ ਉਹ ਇਕੁਅਲ ਟੂ ਉਸ ਸੈੱਲ ਦੇ ਹੋਏ। ਤੇ ਅਸੀਂ ਉਹ ਫਾਰਮੂਲਾ ਵੀ ਫਾਈਂਡ ਕਰ ਲਿਆ, ਦੈਟ ਇਜ਼ ਮੰਨ ਲਓ ਜੇ EMF E ਹੈ ਤਾਂ ਉਹ K/L ਆ ਫਾਰਮੂਲਾ। ਮਤਲਬ ਹਰ ਇੱਕ ਸੈੱਲ ਵਾਸਤੇ ਜਿਹੜਾ ਤੁਸੀਂ ਫਾਈਂਡ ਕਰੋਗੇ ਉਹਦੇ ਲਈ ਹਰੇਕ ਦੇ ਲਈ L ਦੀ ਵੈਲਿਊ ਅਲੱਗ-ਅਲੱਗ ਹੋਏਗੀ। K ਕੀ ਹੈ, ਇਸ ਵਾਇਰ ਦੇ ਅਕ੍ਰੋਸ ਦਾ ਡ੍ਰੌਪ ਉਹ ਕਨਸਟੈਂਟ ਹੈ, ਕਿਉਂਕਿ ਜਦੋਂ ਵਾਇਰ ਹੀ ਅਸੀਂ ਸੇਮ ਲੈਣੀ ਹੈ ਤਾਂ ਹਰ ਵਾਰ 1 ਮੀਟਰ ਦੇ ਵਿੱਚ ਵੋਲਟੇਜ ਦਾ ਜਿਹੜਾ ਡ੍ਰੌਪ ਹੈ ਉਹ ਸੇਮ ਹੋਇਆ ਕਰੇ। ਠੀਕ ਹੈ, ਓਕੇ। ਤਾਂ ਹੁਣ ਅਸੀਂ ਕੀ ਕਰਦੇ ਹਾਂ, ਦੂਸਰਾ ਜਿਹੜਾ ਸਾਡੇ ਕੋਲ ਕੁਐਸਚਨ ਹੈ ਉਹ ਹੈਗਾ ਟੂ ਕੰਪੇਅਰ EMF of the cell of two cells ਵਿੱਚ। ਫॉर एग्जांपल ਹੁਣ ਤੁਸੀਂ ਮਾਰਕੀਟ ਦੇ ਵਿੱਚ 2 ਸੈੱਲ ਪਰਚੇਜ਼ ਕੀਤੇ, ਇੱਕ ਦੀ EMF ਤੁਹਾਨੂੰ ਪਤਾ ਹੈ ਇੱਕ ਦੀ ਨਹੀਂ ਪਤਾ, ਤੁਸੀਂ ਉਹਨੂੰ ਕੰਪੇਅਰ ਕਰਨਾ ਤਾਂ ਅਸੀਂ ਕਿਵੇਂ ਕਰਾਂਗੇ। ਠੀਕ ਹੈ ਜੀ, ਤਾਂ ਆਪਣਾ ਟਾਈਮ ਕੰਪਲੀਟ ਹੋ ਗਿਆ। ਮੈਂ ਤੁਹਾਨੂੰ ਦੁਬਾਰਾ ਲਿੰਕ ਸੈਂਡ ਕਰਦਾ ਤੇ ਤੁਸੀਂ ਦੁਬਾਰਾ ਜੁਆਇਨ ਕਰੋ, ਫਿਰ ਆਪਾਂ ਕੀ ਕਰਦੇ ਹਾਂ।